लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 482। ਹੁਣ तक 23 शब्द कबीर साहब ਦੇ ਸੰਪੂਰਨ ਹੋਏ ਨੇ। आसा तन रहनी मन पुनरप करहो, पांचो तत् बराती। राम राय स्यों भावर लहो, आत्म ते रंग राती। हाँ जी। आसा तन रहनी मन पुनरप करहो, पांचो तत् बराती। राम राय स्यो पावर लहो, आत्म तेह रंग राती। गाओ गाओ री दुल्हनी मंगल चारा। मेरे गृह आए राजा राम पतारा। आसा तन रहनी मन पुनरप करहो, पांचो तत् बराती। राम राय स्यों भावर लहो, आत्म ते रंग राती। कबीर साहब ने एक ਵਿਆਹ ਦਾ ਅਲੰਕਾਰ ਲਿਆ ਕਿ ਜਿਸ ਤਰ੍ਹਾਂ ਆਪਾਂ ਵਿਆਹ ਦੇ ਵਿੱਚ ਦੇਖਦੇ ਹਾਂ ਸਾਰਾ ਕੁਝ ਹੁੰਦਾ। ਕਹਿੰਦੇ ਮੇਰੇ ਅੰਦਰ ਉਸ ਪ੍ਰਮਾਤਮਾ ਨਾਲ ਮਿਲਣ ਦਾ ਸੁਭਾਵ ਜਿਹੜਾ ਹੈ, ਸੰਜੋਗ ਹੈ, ਕਹਿੰਦੇ ਇਸ ਤਰ੍ਹਾਂ ਬਣਿਆ। ਤਨ ਰੈਣੀ ਮਨ ਪੁਨਰਪ ਕਰਹੁ। ਮੈਂ ਆਪਣੇ ਇਸ ਸਰੀਰ ਨੂੰ ਰੈਣੀ ਬਣਾ ਲਿਆ, ਜਿਹਦੇ ਵਿੱਚ ਲਲਾਰੀ ਰੰਗ ਮਟਕੀ, ਜਿਹਦੇ ਵਿੱਚ ਰੰਗ ਭਿਉਂਦੇ ਨੇ, ਰੰਗ ਬਣਾਉਂਦੇ ਨੇ, ਜਿਹਦੇ ਵਿੱਚ ਕੱਪੜੇ ਰੰਗੇ ਜਾਂਦੇ ਨੇ, ਇਹਨੂੰ ਰੈਣੀ ਕਹਿੰਦੇ ਨੇ। ਭਾਵ ਆਪਣੇ ਸਰੀਰ ਨੂੰ ਮੈਂ ਮਟਕੀ ਵਾਂਗੂ ਯੂਜ਼ ਕੀਤਾ, ਖਾਲੀ ਕਰ ਲਿਆ, ਅੰਦਰੋਂ ਵਿੱਚ ਨਾਮ ਦਾ ਰੰਗ ਪਾਇਆ, ਜਿਹਦੇ ਵਿੱਚ ਇਸ ਮਨ ਨੂੰ ਫੇਰਿਆ, ਨਾਮ ਦਾ ਰੰਗ ਚੜਾਇਆ। ਇਹ ਮਨ ਵਿੱਚ ਪਹਿਲਾਂ ਸਾਡੇ ਸਰੀਰ ਵਿੱਚ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਤ੍ਰਿਸ਼ਨਾਵਾਂ, ਈਰਖਾ, ਨਿੰਦਿਆ, ਬੜਾ ਕੁਝ ਪਿਆ। ਕਿ ਖਾਲੀ ਕੱਢਿਆ ਇਹਨੂੰ, ਇਹਦੇ ਵਿੱਚ ਨਾਮ ਦਾ ਰੰਗ ਪਾਇਆ। ਨਾਮ ਸਿਮਰਨ ਕਰਕੇ ਜ਼ੁਬਾਨ ਨਾਲ, ਅੱਖਾਂ ਨਾਲ, ਹਿਰਦੇ ਤੋਂ ਬੋਲ ਬੋਲ ਕੇ ਮੈਂ ਇਸ ਨਾਮ ਦਾ ਰੰਗ ਪਾਇਆ, ਜਿਹਦੇ ਵਿੱਚ ਮਨ ਨੂੰ ਨਾਮ ਦਾ ਰੰਗ ਚੜ੍ਹ ਗਿਆ। ਪੰਚੋ ਤੱਤ ਬਰਾਤੀ। ਕਹਿੰਦੇ ਨਾਲ ਮੇਰੇ ਸਹਾਇਤਾ ਕਰਨ ਵਾਲੇ। ਬਰਾਤ ਕਿਉਂ ਚੜ੍ਹਦੀ? ਬਰਾਤ ਇਸ ਕਰਕੇ ਜਾਂਦੀ ਕਿ ਤਾਂ ਕਿ ਇਹ ਯਕੀਨ ਹੋ ਜਾਏ ਕਿ ਜਿਹਨੂੰ ਅਸੀਂ ਲੈਣ ਵਾਸਤੇ ਆਏ ਉਹੀ ਹੋਈ ਹੈ। ਅਤੇ ਜੇ ਬਰਾਤ ਮਾੜੀ ਹੋਵੇ ਨਾ, ਵਿਆਹ ਟੁੱਟ ਜਾਂਦੇ ਨੇ। ਜੇ ਬਰਾਤੀ ਮਾੜੇ ਨਾਲ ਹੋਣ, ਜੇ ਬਰਾਤੀ ਟੈਂਟ ਪੱਟ ਕੇ ਆ ਜਾਣ, ਵੇਖੋ ਮਨ 'ਚ ਕੜਤਨਤਾ ਵੱਧ ਜਾਂਦੀਆਂ ਨੇ। ਕਹਿੰਦੇ ਪੰਚੋ ਤੱਤ ਬਰਾਤੀ। ਬਰਾਤੀ ਕੌਣ ਨੇ ਨਾਲ ਮੇਰੇ? ਨਾਲ ਕੌਣ ਜੁੜੇ? ਸੱਤ, ਸੰਤੋਖ, ਦਇਆ, ਧਰਮ, ਸਹਿਜ, ਸ਼ੁਭ ਗੁਣ। ਉਹਨਾਂ ਨੂੰ ਮੈਂ ਨਾਲ ਲੈ ਕੇ ਤੁਰਿਆ। ਕਿ ਉਹ ਮੇਰੇ ਨਾਲ ਲੈ ਕੇ ਆਏ ਉਸ ਮਾਲਕ ਦੇ ਨਾਲ। ਰਾਮ ਰਾਏ ਸੋ ਭਾਵਰ ਲੈਹੋ, ਆਤਮ ਤੈ ਰੰਗ ਰਾਤੀ। ਹੁਣ ਮੈਂ ਉਸ ਪਰਮ ਪਿਤਾ ਪਰਮਾਤਮਾ ਰਾਮ ਰਾਏ, ਸਾਰੀ ਸ੍ਰਿਸ਼ਟੀ ਦਾ ਰਾਜਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਦੇ। ਇਹ ਜਿਹੜੇ ਨਾਮ ਰੱਖੇ ਨੇ ਪਰਮਾਤਮਾ ਦੇ, ਜਿੰਨੇ ਵੀ ਨਾਮ ਨੇ, ਪਹਿਲਾਂ ਕਬੀਰ ਸਾਹਿਬ ਕਹਿ ਆਏ ਨੇ ਕਿ ਸਰਹੰਸ ਲੈ ਲੈ ਕਰੋ ਸਲਾਮ। ਤੇਰੇ ਸਰਹੰਸ ਨਾਮ ਨੇ, ਹਜ਼ਾਰਾਂ ਨਾਮ ਲੈ ਲੈ ਕੇ ਤੇਰੇ ਮੈਂ ਯਾਦ ਕਰਦਾ ਤੈਨੂੰ, ਕੋਈ ਇੱਕ ਨਾਮ ਨਹੀਂ ਹੈ ਤੇਰਾ। ਤੈਨੂੰ ਜਿਹੜੇ ਮਰਜ਼ੀ ਨਾਂ ਨਾਲ ਕੋਈ ਯਾਦ ਕਰ ਲਈ। ਮਾਲਕ ਨੇ ਬਲਿਹਾਰ ਜਾਓ ਜੇਤੇ ਤੇਰੇ ਨਾਮ।
ਰਾਮ ਰਾਏ ਸਿਉ ਭਾਵਰ ਲੈ ਹੋਂ। ਪਹਿਲਾਂ ਅਸੀਂ ਫੇਰੇ ਕਾਹਦੇ ਨਾਲ ਲੈਨੇ ਸਾਂ ਜੀ, ਕਿਹਦੇ ਮਗਰ ਮਗਰ ਤੁਰੇ ਫਿਰਦੇ ਸੀ ਪਹਿਲਾਂ, ਮਾਇਆ ਦੇ। ਕਹਿੰਦੇ ਉਲਟ ਹੋ ਗਿਆ, ਹੁਣ ਮੈਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਫੇਰੇ ਲੈ ਲਏ, ਭਾਵ ਉਹਦੇ ਪਿੱਛੇ ਹੋ ਤੁਰਿਆ। ਆਤਮ ਤੈ ਰੰਗ ਰਾਤੀ, ਮੇਰੀ ਆਤਮਾ ਉਹਦੇ ਪ੍ਰੇਮ ਵਿੱਚ ਭਿੱਜ ਗਈ, ਮੇਰੀ ਆਤਮਾ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਗਈ। ਹੁਣ ਮੈਂ ਉਹਦਾ ਲੜ ਫੜ ਲਿਆ, ਹੁਣ ਉਹਦੇ ਪਿੱਛੇ ਹੋ ਤੁਰੀ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਵੇਖੋ ਵਿਆਹ ਦੇ ਵਿੱਚ ਗੀਤ ਗਾਏ ਜਾਂਦੇ ਨੇ, ਸੁਹਾਗ ਗਾਏ ਜਾਂਦੇ ਨੇ, ਤੇ ਫਿਰ ਕਬੀਰ ਸਾਹਿਬ ਕਹਿੰਦੇ ਐ ਦੁਲਹਨੀਓ, ਹੁਣ ਤੁਸੀਂ ਨਵੀਆਂ ਹੋ ਗਈਆਂ, ਗਿਆਨ ਇੰਦਰੀਓ ਮੇਰੀਓ, ਤੁਸੀਂ ਉਸ ਪ੍ਰਮਾਤਮਾ ਦੇ ਲਈ ਖੁਸ਼ੀ ਦੇ ਗੀਤ ਗਾਉਣੇ ਕਰੋ। ਹੁਣ ਖੁਸ਼ੀ ਦੇ ਗੀਤ ਗਾਉਣੇ ਕਰੋ, ਹੁਣ ਵਿਛੋੜੇ ਦੀਆਂ ਗੱਲਾਂ ਨਾ ਕਰੋ, ਹੁਣ ਨੈਗੇਟਿਵ ਅਪਰੋਚ ਨਾ ਕਰੋ, ਹੁਣ ਪੋਜ਼ਿਟਿਵ ਹੋ ਜਾਓ। ਉਸ ਪ੍ਰਮਾਤਮਾ ਦੇ ਆਉਣ ਦਾ ਸ਼ੁਕਰ ਮਨਾਓ, ਭਾਵ ਖੁਸ਼ੀ ਦੇ ਗੀਤ ਗਾਉਣੇ ਕਰੋ। ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਮੇਰੇ ਹਿਰਦੇ ਰੂਪੀ ਘਰ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਵਾਹਿਗੁਰੂ ਅਕਾਲ ਪੁਰਖ, ਉਹ ਮੇਰੇ ਹਿਰਦੇ ਰੂਪੀ ਵਿਹੜੇ ਵਿੱਚ ਆ ਗਿਆ। ਇਸ ਕਰਕੇ ਇਹ ਮੇਰੀ ਉਹ ਗਿਆਨ ਇੰਦਰੀਓ, ਹੁਣ ਉਸ ਪ੍ਰਮਾਤਮਾ ਦੇ ਲਈ ਖੁਸ਼ੀ ਦੇ ਗੀਤ ਗਾਉਣੇ ਕਰੋ, ਮੰਗਲ ਚਾਰਾ ਗਾਉਣਾ ਕਰੋ। ਹਾਂਜੀ। नाभ कमल में बेदी रच ले, नाभ कमल में बेदी रच ले, ब्रह्म ज्ञान उचारा, ब्रह्म ज्ञान उचारा, राम राय सो दूल्हे पायो, राम राय सो दुल्हो पायो, अस बड़ पाग हमारा, अस बड़ पाग हमारा। नाभ कमल में बेदी रच ले, ब्रह्म ज्ञान उचारा। ਇਹ ਬੜੀ ਡੂੰਘੀ ਗੱਲ ਕਹੀ, ਕਿਉਂਕਿ ਵਿਆਹ ਦੇ ਲਈ ਵੇਦੀ ਰਚੀ ਜਾਂਦੀ ਸੀ ਪਹਿਲਾਂ। ਅੱਜ ਕੱਲ੍ਹ ਆਪਾਂ ਆਨੰਦ ਕਾਰਜ ਕਰਾਉਨੇ, ਉਹ ਤਾਂ ਵੇਦੀ ਰਚੀ, ਅਗਨੀ ਬਾਲੀ ਜਾਂਦੀ ਸੀ, ਅੱਗ ਦੇ ਦੁਆਲੇ ਫੇਰੇ ਦਿੱਤੇ ਜਾਂਦੇ। ਸਾਡੇ ਸਰੀਰ ਦੇ ਵਿੱਚ ਜਿੱਥੇ ਕਾਮ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਹਉਮੈ ਦੀ ਅੱਗ ਹੈ, ਤ੍ਰਿਸ਼ਨਾਵਾਂ ਦੀ ਅੱਗ ਹੈ, ਉੱਥੇ ਬ੍ਰਹਮ ਅਗਨੀ ਵੀ ਹੈ, ਜਿਹੜੀ ਕਿ ਸ਼ੁੱਧਤਾ ਵਾਲੀ ਹੈ, ਜਿਹੜੀ ਸਾਡੇ ਸਾਰੀਆਂ ਹੀ ਅਗਨੀਆਂ ਨੂੰ ਖਤਮ ਕਰ ਦਿੰਦੀ ਹੈ। ਘਰ ਦੇ ਵਿੱਚ ਕਈ ਪ੍ਰਕਾਰ ਦੀ ਅੱਗ ਹੈ, ਆਪਣੇ ਘਰ ਦੇ ਵਿੱਚ ਵੀ ਵੇਖਦੇ ਹਾਂ। ਇੱਕ ਉਹ ਅੱਗ ਹੈ ਜਿਹਦੇ ਨਾਲ ਅਸੀਂ ਚੁੱਲ੍ਹਾ ਬਾਲਦੇ ਹਾਂ, ਇੱਕ ਉਹ ਅੱਗ ਹੈ ਜਿਹਦੇ ਨਾਲ ਦੀਵਾ ਬਾਲਦੇ ਹਾਂ, ਉਹ ਦੀਵਾ ਰੋਸ਼ਨੀ ਦਿੰਦਾ ਹੈ। ਇਸ ਤਰ੍ਹਾਂ ਬ੍ਰਹਮ ਅਗਨੀ ਗਿਆਨ ਰੂਪ ਦਾ ਦੀਵਾ ਅੰਦਰ ਬਾਲਿਆ ਜਦੋਂ, ਕਹਿੰਦੇ ਇਸ ਨਾਭੀ ਵਿੱਚ, ਨਾਭੀ ਤੋਂ ਭਾਵ ਹਿਰਦੇ ਵਿੱਚ, ਜਦੋਂ ਹਿਰਦੇ ਵਿੱਚ ਉਸ ਪਰਮ ਪਿਤਾ ਦੇ ਬ੍ਰਹਮ ਵਿਚਾਰ ਦੀ ਗੱਲ ਹੋਈ, ਗੁਰੂ ਦੇ ਸ਼ਬਦ ਦੀ ਗੱਲ ਹੋਈ, ਹਿਰਦੇ ਤੋਂ ਅੰਦਰੋਂ ਉਹਨੂੰ ਉਚਾਰਨ ਕੀਤਾ। ਨਾਭ ਕਮਲ ਮੈਂ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ। ਕਹਿੰਦੇ ਅੰਦਰੋਂ ਹਿਰਦੇ ਤੋਂ ਬ੍ਰਹਮ ਗਿਆਨ ਜਦੋਂ ਉਚਾਰਨ ਕੀਤਾ ਇਸ ਜੀਵਾਤਮਾ ਨੇ, ਰਾਮ ਰਾਏ ਸੋ ਦੁਲਹੋ ਪਾਇਓ, ਅਸ ਬੜ ਭਾਗ ਹਮਾਰਾ। ਕਹਿੰਦੇ ਸਾਡਾ ਵੱਡਾ ਵੱਡਾ ਭਾਗ, ਐਸਾ ਵੱਡੇ ਭਾਗ ਹੋਏ ਕਿ ਸਾਨੂੰ ਜਿਹੜਾ ਦੁਲਹਾ ਮਿਲਿਆ, ਸਾਡਾ ਮਾਲਕ ਮਿਲਿਆ, ਉਹ ਪ੍ਰਭੂਆਨ ਮਿਲਿਆ, ਸਾਨੂੰ ਉਹੋ ਜਿਹਾ ਮਾਲਕ ਮਿਲ ਗਿਆ, ਭਾਵ ਵਾਹਿਗੁਰੂ ਅਕਾਲ ਪੁਰਖ ਉਹ ਮਿਲ ਗਿਆ ਸਾਨੂੰ ਜਦੋਂ ਅਸੀਂ ਇੰਜ ਕੀਤਾ। ਕਿਉਂਕਿ ਜਦੋਂ ਅਸੀਂ ਵੇਖਦੇ ਸਿਮਰਨ ਕਰਦੇ ਹਾਂ, ਮੈਂ ਹੁਣ ਵੀ ਗੱਲ ਕਰਕੇ ਹਟਿਆ ਸੀ ਪਹਿਲਾਂ, ਕਿ ਸਿਮਰਨ ਕਰਨ ਲੱਗਿਆਂ ਸਾਡੀ ਨਾਭੀ ਤੋਂ, ਧੁੰਨੀ ਤੋਂ ਸਾਡੇ ਸਵਾਸਾਂ ਦੀ ਗੰਢ ਚੱਲਦੀ ਹੈ। ਜਦੋਂ ਇਹ ਢਿੱਲੀ ਪੈਣ ਲੱਗ ਜਾਏ, ਖੁੱਲ੍ਹ ਜਾਏ, ਉਦੋਂ ਅੱਖਾਂ 'ਚੋਂ ਆਪ ਮੁਹਾਰੇ ਹੰਝੂ ਵਹਿ ਤੁਰਦੇ ਨੇ ਵੈਰਾਗ ਦੇ, ਤੇ ਨਾਮ ਸਿਮਰਨ ਕਰਦਿਆਂ ਹੋਇਆਂ ਸਹਿਜ ਅਵਸਥਾ ਇਸ ਤੱਕ ਪਹੁੰਚਦੀ ਕਿ ਸਾਡੇ ਤੁਰ ਦਿਮਾਗ ਤੱਕ ਜੋ ਸ਼ਬਦ ਅਸੀਂ ਮੁੱਖੋਂ ਬੋਲ ਨਹੀਂ ਰਹੇ, ਮਨ ਬੋਲ ਰਿਹਾ ਹੈ, ਉਹ ਧੁਰ ਤੱਕ ਗੂੰਜਦਾ ਹੈ। ਬਸ ਉਸ ਅਵਸਥਾ ਨੂੰ ਮਹਾਰਾਜ ਇੱਥੇ ਬਿਆਨ ਕਰਦੇ ਨੇ ਕਬੀਰ ਸਾਹਿਬ, ਕਿ ਜਦੋਂ ਇਸ ਤਰ੍ਹਾਂ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਿਆ, ਸਿਮਰਿਆ, ਬਾਣੀ ਨੂੰ ਪੜ੍ਹਿਆ, ਤੇ ਸਾਨੂੰ ਉਹ ਪ੍ਰਮਾਤਮਾ ਪਤੀ ਦੇ ਰੂਪ ਵਿੱਚ ਮਿਲਿਆ, ਸਾਡੇ ਐਡੇ ਵੱਡੇ ਭਾਗ ਹੋ ਗਏ। ਹਾਂਜੀ। सुर नर मुन जन कौतक आए, सुर नर मुन जन कौतक आए, कोट 33 उजाना, कोट 33 उजाना, कहे कबीर मोहे ब्याहे चले हैं, कह कबीर मोहे ब्याहे चले हैं, पुरख एक
ਭਗਵਾਨਾ ਮੁਖ ਏਕ ਭਗਵਾਨਾ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ। ਹੁਣ ਮਹਾਰਾਜ ਜੀ ਕਹਿੰਦੇ ਜਦੋਂ ਇਹ ਅਵਸਥਾ ਬਣੀ ਤਾਂ ਸਾਨੂੰ ਭਲੇ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਗਈ। ਕਹਿੰਦੇ ਉਹ ਇਸ ਤਰ੍ਹਾਂ ਮਿਲੇ ਜਿਵੇਂ ਸਾਨੂੰ ਵਿਮਾਨ ਤੇ ਚੜ੍ਹ ਕੇ ਕੋਈ ਮਿਲ ਗਿਆ ਆ ਗਿਆ ਹੋਵੇ ਮਿਲਣ। ਤੇ ਇਸ ਚੀਜ਼ ਦਾ ਅਨੁਭਵ ਕਰਦਿਆਂ ਹੋਇਆਂ ਕਿ ਜਦੋਂ ਤੁਸੀਂ ਇਕੱਲੇ ਵੀ ਹੋਵੋ ਸਿਮਰਨ ਕਰਦੇ ਹੋਏ ਵਿਚਾਰ ਕਰਦੇ ਹੋਏ ਭਾਵੇਂ ਇਕੱਲੇ ਹੀ ਸਿਮਰਨ ਕਰਦੇ ਹੋ ਬੈਠੇ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਤੁਸੀਂ ਇਕੱਲੇ ਨਹੀਂ ਹੋ। ਇਸ ਗੱਲ ਦੀ ਘਟਨਾ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਂ ਇਹਨੂੰ ਕਰਨੀ ਜ਼ਰੂਰੀ ਸਮਝਾਂਗਾ। ਉਹ ਭੈਣ ਸਾਡੀ ਕੈਨੇਡਾ ਹੈ, ਉਹਨੇ ਮੇਰੇ ਨਾਲ 1 ਘੰਟਾ ਪੂਰਾ ਲਗਾਤਾਰ ਇਹ ਗੱਲ ਕੀਤੀ ਕਿ ਜਦੋਂ ਮੈਂ ਪਾਠ ਕਰਦੀ ਹਾਂ ਵੀਰ ਜੀ ਰਾਤ ਨੂੰ ਮੈਂ ਇਕੱਲੀ ਹੁੰਨੀ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਬਹੁਤ ਸਾਰੀ ਸੰਗਤ ਬੈਠੀ ਜਿਹੜੀ ਕਿ ਮੈਨੂੰ ਸੁਣ ਰਹੀ ਹੈ। ਮੈਨੂੰ ਅਨੁਭਵ ਹੁੰਦਾ ਹੈ ਕਿ ਮੇਰੇ ਆਲੇ ਦੁਆਲੇ ਲਾਈਟ ਹੈ। ਮੈਂ ਕਦੇ ਵੀ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਹੀਂ ਕੀਤਾ। ਇਹ ਗੱਲਾਂ ਕਰਨ ਦੀਆਂ ਨਹੀਂ, ਇਹ ਜਿਨ੍ਹਾਂ ਨੇ ਜਾਣਿਆ ਉਹ ਇਹਨੂੰ ਮੰਨ ਲੈਂਦੇ ਨੇ, ਉਹ ਇਹਨੂੰ ਸਮਝ ਲੈਂਦੇ ਨੇ। ਇੱਥੇ ਵੀ ਕਬੀਰ ਸਾਹਿਬ ਕਹਿੰਦੇ ਕਿ ਮੈਨੂੰ ਇੰਝ ਲੱਗਦਾ ਹੈ ਕਿ 33 ਕਰੋੜ ਦੇਵਤੇ ਉੱਥੇ ਆਣ ਬੈਠੇ, ਸੁਰ ਨਰ ਮੁਨ ਜਨ ਭਲੇ ਪੁਰਸ਼ ਸਾਧ ਸੰਗਤ ਦੇ ਰੂਪ ਵਿੱਚ ਉਹ ਵੀ ਆਣ ਬੈਠੇ। ਤੇ ਅਗਲੀ ਗੱਲ ਮਹਾਰਾਜ ਕਰਦੇ ਨੇ ਕਹਿ ਕਬੀਰ ਮੋਹਿ ਵਿਆਹ ਚਲੇ ਹੈ। ਕਬੀਰ ਸਾਹਿਬ ਕਹਿੰਦੇ ਭਾਈ ਪੁਰਖ ਏਕ ਭਗਵਾਨਾ। ਹੁਣ ਮੈਨੂੰ ਪਹਿਲਾਂ ਮਾਇਆ ਨੇ ਵਰਿਆ ਹੋਇਆ ਸੀ ਪਰ ਹੁਣ ਉਲਟ ਹੋ ਗਿਆ ਕੰਮ ਸਾਰਾ ਹੀ। ਕਹਿੰਦੇ ਹੁਣ ਤੇ ਮੈਨੂੰ ਉਸ ਪ੍ਰਮਾਤਮਾ ਨੇ ਵਿਆਹ ਲਿਆ, ਭਾਵ ਹੁਣ ਅਸੀਂ ਸਾਡਾ ਹੱਥ ਉਸ ਮਾਲਕ ਨੇ ਫੜ ਲਿਆ, ਹੁਣ ਅਸੀਂ ਉਹਦੇ ਪਿੱਛੇ ਹੋ ਗਏ। ਹੁਣ ਸਾਡਾ ਆਨੰਦ ਜਿਹੜਾ ਵੱਜਿਆ ਹੋਇਆ ਉਸ ਆਨੰਦ ਨੂੰ ਬਿਆਨ ਕਰਨਾ ਔਖਾ ਹੈ, ਮੈਂ ਇਹਨੂੰ ਬਿਆਨ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਕਬੀਰ ਸਾਹਿਬ ਕਹਿੰਦੇ ਹੁਣ ਵਿਆਹ ਚੱਲੇ ਹਾਂ। ਵਿਆਹ ਦਾ ਭਾਵ ਇਹ ਹੁੰਦਾ ਕਿ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਮੈਂ ਪਹਿਲਾਂ ਪੁੱਛਿਆ ਸੀ ਕਿ ਵਿਆਹ ਦੇ ਕੀ ਅਰਥ ਹੁੰਦੇ ਨੇ। ਵਿਆਹ ਦਾ ਅਰਥ ਹੁੰਦਾ ਕਿ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਜਿਸ ਤਰ੍ਹਾਂ ਔਰਤ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ, ਇਸੇ ਤਰ੍ਹਾਂ ਹੀ ਜਿਹੜਾ ਗੁਰਮੁਖ ਹੈ ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਸਪੁਰਦ ਕਰ ਦਿੰਦਾ ਹੈ। ਫਿਰ ਜਿਸ ਤਰ੍ਹਾਂ ਉਹ ਚਲਾਉਂਦਾ ਉਸ ਤਰ੍ਹਾਂ ਹੀ ਚੱਲਦਾ ਹੈ। ਹੁਣ ਮਾਰੇ ਕਹਿੰਦੇ ਮੈਂ ਉਸ ਅਕਾਲ ਪੁਰਖ ਨਾਲ ਵਿਆਹਿਆ ਗਿਆ। ਕਬੀਰ ਸਾਹਿਬ ਕਹਿੰਦੇ ਭਾਵ ਹੁਣ ਮੈਂ ਉਹਦੀ ਰਜ਼ਾ ਤੇ ਹੁਕਮ ਵਿੱਚ ਹੀ ਰਹਿੰਦਾ ਹਾਂ। ਹਾਂਜੀ। आसा सास की दुखी ससुर की प्यारी, जेठ के नाम डरो रे, सखी सहेली ननद गहेली, देवर के बिरह जरोरे, मेरी मत बौरी, मैं राम बिसारियो, किन बिद रहन रहो रे, से जय रमत नैन नहीं पेखो, एह दुख का सो कहो रे, ਆਸਾ। ਕਬੀਰ ਸਾਹਿਬ ਨੇ ਅਗਲੀ ਗੱਲ ਦ੍ਰਿਸ਼ਟਾਂਤ ਦੇ ਕੇ ਸਾਡੇ ਘਰਾਂ ਦੇ ਜਿਨ੍ਹਾਂ ਤੋਂ ਅਸੀਂ ਆਮ ਕਰਕੇ ਡਰਦੇ ਹਾਂ ਨਾ, ਕੁਝ ਰਿਸ਼ਤਿਆਂ ਨਾਲ ਸਾਡੇ ਪਿਆਰ ਨੇ, ਕੁਝ ਰਿਸ਼ਤਿਆਂ ਤੋਂ ਅਸੀਂ ਡਰਦੇ ਹਾਂ। ਬਣਾਇਆ ਹੋਇਆ ਡਰ, ਵੈਸੇ ਡਰ ਨਹੀਂ ਹੁੰਦਾ ਪਰ ਬਣਾਇਆ ਗਿਆ। ਇਹ ਡਰ ਐਸਾ ਪਾ ਦਿੱਤਾ ਗਿਆ ਬਚਪਨ ਤੋਂ ਹੀ। ਲੜਕੀ ਹਜੇ ਪੈਦਾ ਨਹੀਂ ਹੁੰਦੀ, ਉਹਨੂੰ ਜੰਮਣ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਤਾਂ ਅਗਲੇ ਘਰੇ ਜਾਣਾ ਹੈ, ਵੀ ਪਤਾ ਨਹੀਂ ਕੀ ਹੋ ਜਾਊਗਾ। ਬਟ ਡਰਾਈ ਜਾਂਦੇ ਨੇ, ਇੰਨਾ ਡਰਾਈ ਜਾਣੇ ਵੀ ਅੱਗੇ ਤੇਰੀ ਸੱਸ ਹੋਏਗੀ, ਅੱਗੇ ਤੇਰਾ ਸਹੁਰਾ ਹੋਏਗਾ, ਅੱਗੇ ਤੇਰੇ ਜੇਠ ਹੋਣਗੇ, ਅੱਗੇ ਤੇਰਾ ਫਲਾਨਾ ਹੋਏਗਾ, ਉੱਥੇ ਕੀ ਕਰੇਂਗੀ, ਉੱਥੇ ਕੀ ਹੋਏਗਾ। ਇਹ ਚੀਜ਼ ਮਨ ਦਾ ਅੰਦਰ ਡਰ ਪਾਇਆ ਹੋਇਆ। ਕਹਿੰਦੇ ਸਾਡੇ ਮਨ ਅੰਦਰ ਇਹ ਚੀਜ਼ਾਂ ਬਣੀਆਂ ਹੋਈਆਂ ਸਨ। ਕਬੀਰ ਸਾਹਿਬ ਨੇ ਉਹਨਾਂ ਰਿਸ਼ਤਿਆਂ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਤੇ ਸਮਝਣ ਵਾਲੀ ਗੱਲ ਹੈ ਸਾਡੇ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, जेठ के नाम डरो रे। कबीर साहब कहते मैं सस की दुखी की। सस कौन है? माया। ये जीव आत्मा नू माया ने सताया होया है, इन्ना दुखी किया इस माया ने। माया का नहीं बंदा दुखी।
ਤੇ ਨਾਲ ਮੈਂ ਕਹਿੰਦੇ ਸਸੁਰ ਕੀ ਪਿਆਰੀ, ਸਸੁਰ ਹੈ ਸਾਡਾ ਪ੍ਰਭੂ ਪਰਮਾਤਮਾ, ਉਹਦੀ ਪਿਆਰੀ ਹੈ। ਜੇਠ ਕੇ ਨਾਮ ਡਰੋ ਰੇ, ਜਿਸ ਤਰ੍ਹਾਂ ਵੱਡਾ ਘਰ ਦੇ ਵਿੱਚ ਜੇਠ ਹੈ, ਉਹਦੇ ਨਾਮ ਤੋਂ ਹੀ ਪਹਿਲਾਂ ਔਰਤਾਂ ਡਰ ਜਾਂਦੀਆਂ, ਹੁਣ ਤਾਂ ਖੈਰ ਕੋਈ ਨਹੀਂ ਡਰਦਾ, ਪਰ ਪਹਿਲੀ ਦੀ ਗੱਲ ਕਰ ਰਹੇ ਨੇ ਮਹਾਰਾਜ। ਇਹ ਮੌਤ ਦੇ ਨਾਂ ਤੋਂ ਹੀ ਡਰਦਾ ਹੈ ਬੰਦਾ। ਮੌਤ ਨੂੰ ਕਬੀਰ ਸਾਹਿਬ ਜੇਠ ਕਹਿੰਦੇ ਨੇ, ਕਹਿੰਦੇ ਮੌਤ ਦੇ ਨਾਂ ਤੋਂ ਹੀ ਡਰਦਾ ਬੰਦਾ। ਸਖੀ ਸਹੇਲੀ ਨਣਦ ਗਹੇਲੀ, ਦੇਵਰ ਕੈ ਬਿਰਹਿ ਜਰੋਂ ਰੇ। ਕਬੀਰ ਸਾਹਿਬ ਕਹਿੰਦੇ ਐ ਮੇਰੀ ਸਖੀਓ, ਐ ਮੇਰੇ ਗੁਰਮੁਖ ਪਿਆਰਿਓ, ਮੈਨੂੰ ਜਿਹੜੀ ਮੇਰੀ ਮੱਤ ਹੈ ਨਾ ਉਹ ਖੋਟੀ ਹੈ, ਉਹ ਮੇਰੀ ਨਨਾਣ ਵਰਗੀ ਹੈ। ਵੇਖੋ ਪੁਰਾਣੇ ਗਾਣੇ ਨੇ ਨਾ ਜਿਹੜੇ, ਉਹ ਵੀ ਇਹੀ ਚੱਲਦੇ ਆਉਂਦੇ ਨੇ ਕਿ ਕੱਲ ਤੈਂ ਮੈਨੂੰ ਮਾਰ ਪਵਾਈ ਨਣਦ ਹੁੰਦੀ ਸੀ ਨਾ, ਨਣਦਾਂ ਦੇ ਕਦੇ ਨਹੀਂ ਬਣਦੀ ਨਣਦ ਸੱਚ ਦੀ, ਕਿਤੇ ਬਣ ਜੇ ਤਾਂ ਚੰਗੀ ਗੱਲ ਹੈ ਭਰਜਾਈ ਦੀ, ਤੇ ਜੇ ਨਾ ਆਪਣੇ ਤਾਂ ਬਣਦੀ ਨਹੀਂ ਹੁੰਦੀ, ਪਰ ਜੇ ਬਣ ਜੇ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਮੇਰੀ ਖੋਟੀ ਮੱਤ ਹੈ, ਉਹ ਮੈਨੂੰ ਇੰਝ ਲੱਗਦਾ ਕਿ ਜਿਵੇਂ ਮੇਰੀ ਨਨਾਣ ਹੁੰਦੀ। ਕਬੀਰ ਸਾਹਿਬ ਨੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਅਸੀਂ ਇਹਨੂੰ ਸਮਝ ਜਾਈਏ। ਮੇਰੀ ਖੋਟੀ ਮੱਤ ਕਹਿੰਦੇ ਨਨਾਣ ਵਰਗੀ, ਬਿਰਹਿ ਦੇਵਰ ਕਹਿ ਬਿਰਹਿ ਜਰੋਂ ਰੇ। ਪਰ ਜਿਹੜਾ ਵਿਵੇਕ ਬੁੱਧੀ ਹੈ, ਗਿਆਨ ਹੈ ਨਾ ਜਿਹੜਾ, ਉਹਦੇ ਬਿਰਹਾ ਵਿੱਚ ਮੈਂ, ਉਹਦੇ ਵਿਛੋੜੇ ਵਿੱਚ ਮੈਂ ਜਲਦੀ ਪਈ ਹਾਂ, ਉਹ ਨਹੀਂ ਮੈਨੂੰ ਮਿਲਦਾ, ਜਿਹਦੇ ਨਾਲ ਮੇਰੀ ਬੁੱਧੀ ਠੀਕ ਹੋ ਜਾਏ, ਸੱਚ ਤੇ ਝੂਠ ਦਾ ਪਤਾ ਲੱਗ ਜਾਏ। ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਣ ਰਹੋ ਰੇ। ਕਬੀਰ ਸਾਹਿਬ ਕਹਿੰਦੇ ਮੇਰੀ ਮਤ ਬੌਰੀ ਹੈ, ਪਾਗਲ ਹੋ ਗਿਆ ਮੈਂ ਤੇ ਮਤ ਕਰਕੇ। ਆਪਣੀ ਜ਼ਿੰਦਗੀ ਨੂੰ ਮੈਂ ਕਿਵੇਂ ਜਿਉ ਸਕਦਾ, ਕਿਵੇਂ ਜਿਉਵਾਂ ਇਸ ਜ਼ਿੰਦਗੀ ਨੂੰ। ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾਸੋ ਕਹੋ ਰੇ। ਮੇਰੇ ਹਿਰਦੇ ਰੂਪੀ ਸੇਜ ਤੇ ਮੇਰਾ ਮਾਲਕ, ਮੇਰਾ ਪਤੀ, ਮੇਰਾ ਪ੍ਰਭੂ ਵਸਦਾ, ਪਰ ਮੈਨੂੰ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਇਹ ਦੁੱਖ ਮੈਂ ਕਿਹਦੇ ਕੋਲੇ ਦੱਸਾਂ, ਇਹ ਦੁੱਖ ਮੈਂ ਕਿਹਦੇ ਕੋਲੇ ਕਵਾਂ ਆਪਣਾ, ਕਿ ਪ੍ਰਭੂ ਤੇ ਮੇਰੇ ਨਾਲ ਹੈ, ਮੇਰਾ ਪਿਆਰਾ ਮੇਰੇ ਨਾਲ ਵਸਦਾ ਹੈ, ਪਰ ਮੈਨੂੰ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆ ਰਿਹਾ। ਇਹ ਦੁੱਖ ਆਪਣਾ ਮੈਂ ਕਿਹਦੇ ਕੋਲੇ ਕਵਾਂ ਜਾ ਕੇ। ਹਾਂਜੀ। बाप साव का करੈ लराई, बाप साव का करੈ लराई, माया सद मतवारी, माया सद मतवारी। बड़े भाई के जब संग होती, भाई के सब संग होती, तब हो नहा प्यारी, तब हो नहा प्यारी। मेरे राम हम बारक हर प्रभ के हैं ए आणे, हम बारक हर प्रभ के हैं ए आणे।